प्रभ जी तो कह लाज हमारी। नीलकंठ नर हर नारायण, नील बसन बनवारी। परम पुरख परमेश्वर स्वामी पावन पौन आहारी। माधव महाजोत मद मर्दन मान मुकंद मुरारी। निर्विकार निर्जुर निंदरा बिन निर्भिख नरक निवारी। कृपा सिंधु काल त्रयदर्शी कुकृत पर नाशनकारी। धनुर्पान धृतमान धरा धरयान बेकार अस धारी। हो मत मंद चरण शरणागत, कर गह लेहो उबारी। हो मत मंद चरण शरणागत, कर गह लेहो उबारी। देखो भाई ज्ञान की आई आंधी, सब उड़ानी भरम की टाटी। रह न माया बांधी, चिते की दोय थून गिरानी। मोह बलिढ़ा टूटा, तिसना छान परी तारे ऊपर। दुर्मत भांडा फूटा, आंधी पाछा जो जल बरख। तिह तेरा जन पीना, कह कबीर मन भया प्रगासा। उदय भान जब चीना, कह कबीर मन भया प्रगासा। उदय भान जब चीना, हम अवगुण भरे एक गुण नाही। अमृत छाड़ बिख बिख खाई, माया मोह परम पै भूले। सुत दारा स्यों प्रीत, एक उत्तम पंथ सुन्यो गुर संगत। तेह मिलंत जम त्रास मिटाई, एक अरदास पाठ कीरत की। गुर रामदास राखो सरनाए। कहो टल गुर सेविय, अनस सहज सुभाए। दर्शन परसै गुरु पै, जन्म मरण दुख जाए। सिफत खसम दे, दूर अरसोह गुर सोह चटिया। तुद डिठे सच्चे पातशाह, बाल जन्म जन्म दे कटिया। सज्जन सच्चा पातशाहो, सिर साहाद साहो। जिस पास बैठया सोहिया, सबना दा बेसाहो। सतनाम वाहेगुरु साहिब जी। क्या पढ़िया क्या गुनिया, क्या वेद पुराण सुनिया। क्या पढ़िया क्या गुनिया, क्या वेद पुराण सुनिया। पढ़े सुने क्या होए, जाओ सहजन मिलियो सोए। हर का नाम न जपस गवारा, क्या सोच है बारंबार।
ਕਰ ਦੀਪਕ ਚਹੀਐ, ਇਕ ਬਸਤ ਅਗੋਚਰ ਲਹੀਐ। ਬਸਤ ਅਗੋਚਰ ਪਾਏ, ਘਾਟ ਦੀਪਕ ਰਹਿਆ ਸਮਾਏ। ਕਹੈ ਕਬੀਰ ਅਬ ਜਾਨਿਆ, ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਕਹੈ ਕਬੀਰ ਅਬ ਜਾਨਿਆ, ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵੈਛਲ, ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਹਾਜ਼ਰਾ ਹਜੂਰ ਜਹਰਾਂ ਜਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਬਹੁਤ ਹੀ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਤੁਰਕੀ ਔਰ ਅਕਾਲੀ ਬਾਣੀ ਦੇ ਪਾਵਨ ਪਵਿੱਤਰ ਸ਼ਬਦ ਕੀਰਤਨ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਜਿੰਨਾ ਕੁ ਸਮਾਂ ਮੇਰੇ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਕਿਰਪਾ ਦੇ ਘਰ ਵਿੱਚ ਆ ਕੇ ਸਮੇਂ ਦੀ ਇਸ ਸਫਲਤਾ ਵਾਸਤੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ, ਜੁੜਨ ਦਾ ਯਤਨ ਕਰੀਏ। ਗੁਰ ਸ਼ਬਦ ਦਾ ਆਸਰਾ ਲੈਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਪੜੀਐ ਕਿਆ ਗੁਨੀਐ। ਕਬੀਰ ਜੀ ਮਹਾਰਾਜ ਇਹ ਪਵਿੱਤਰ ਪਾਵਨ ਅੰਮ੍ਰਿਤ ਬਚਨ ਆਪਣੇ ਮੁਬਾਰਕ ਰਸਨਾ ਤੋਂ ਉਚਾਰਨ ਕਰ ਰਹੇ ਨੇ। ਮਹਾਂਪੁਰਸ਼ਾਂ ਭਗਤਾਂ ਦੇ ਅੰਦਰ ਜੋ ਇਲਹਾਮ ਹੁੰਦਾ ਹੈ, ਜੋ ਆਪਣੇ ਹਿਰਦੇ 'ਚ ਮਾਣਦੇ ਨੇ, ਅਨੁਭਵ ਕਰਦੇ ਨੇ, ਉਹ ਆਪਣੀ ਰਸਨਾ ਤੋਂ ਬਿਆਨ ਕਰਦੇ ਹਨ। ਕੀ ਕਾਰਨ ਹੈ ਕਿ ਉਹ ਆਪਣਾ ਅਨੁਭਵ ਆਪਣੀ ਰਸਨਾ ਤੋਂ ਦੱਸਦੇ ਨੇ, ਤਾਂ ਜੋ ਸਾਡੇ ਵਰਗੇ ਜਗਿਆਸੂ ਉਹਨਾਂ ਦੇ ਉਸ ਅਨੁਭਵ ਤੋਂ ਕੁਝ ਲਾਹਾ ਪ੍ਰਾਪਤ ਕਰਕੇ ਪਰਮਾਰਥ ਦੇ ਰਸਤੇ ਤੇ ਚੱਲ ਸਕਣ, ਪਾਂਧੀ ਬਣ ਸਕਣ। ਕਬੀਰ ਜੀ ਮਹਾਰਾਜ ਜੀ ਕਹਿੰਦੇ ਕਿ ਜੇ ਕੇਵਲ ਪੜਨ ਮਾਤਰ ਤੱਕ ਹੀ ਸੀਮਤ ਹੋ
ਧਰਮ ਗ੍ਰੰਥਾਂ ਦਾ ਅਧਿਐਨ ਕਰ ਲਿਆ, ਪੜ੍ਹ ਲਏ। ਬਹੁਤ ਸਾਰੇ ਸ਼ਾਸਤਰਾਂ ਦਾ ਪਠਨ ਪਾਠਨ ਕਰ ਲਿਆ। ਬਹੁਤ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹ ਲਈਆਂ। ਜੇ ਪੜ੍ਹ ਨਹੀਂ ਸਕੇ ਤਾਂ ਸੁਣ ਲਈਆਂ। ਸੁਣ ਕੇ ਵੀ ਬਹੁਤ ਜ਼ਿਆਦਿਆਂ ਨੇ ਬਹੁਤ ਸਾਰੇ ਧਰਮ ਗ੍ਰੰਥਾਂ ਨੂੰ, ਬਹੁਤ ਸਾਰੀਆਂ ਧਰਮ ਪੁਸਤਕਾਂ ਨੂੰ, ਸ਼ਾਸਤਰਾਂ ਨੂੰ ਸੁਣ ਕੇ ਵੀ ਚੇਤੇ ਕੀਤਾ। ਵਰਣ ਵੰਡ ਦੇ ਅਨੁਸਾਰ ਜੋ ਹਿੰਦੂ ਸਾਹਿਤ ਦੇ ਮੁਤਾਬਕ ਇਹ ਉਹਨਾਂ ਦੀ ਪਰਪਾਟੀ ਸੀ ਕਿ ਵੈਸ਼ ਕੇਵਲ ਵੇਦਾਂ ਨੂੰ ਸੁਣ ਸਕਦਾ, ਪੜ੍ਹ ਨਹੀਂ ਸਕਦਾ। ਬ੍ਰਾਹਮਣ ਪੜ੍ਹ ਵੀ ਸਕਦਾ ਹੈ, ਪੜ੍ਹਾ ਵੀ ਸਕਦਾ ਹੈ। ਛਤਰੀ ਪੜ੍ਹ ਵੀ ਸਕਦਾ ਹੈ, ਸੁਣ ਵੀ ਸਕਦਾ, ਪਰ ਅੱਗੇ ਪੜ੍ਹਾ ਨਹੀਂ ਸਕਦਾ। ਔਰ ਵੈਸ਼ ਉਹ ਕੇਵਲ ਸੁਣ ਸਕਦਾ ਹੈ, ਪੜ੍ਹ ਨਹੀਂ ਸਕਦਾ। ਔਰ ਸ਼ੂਦਰ ਨਾ ਪੜ੍ਹ ਸਕਦਾ ਨਾ ਸੁਣ ਸਕਦਾ। ਇਹ ਬਣਾਇਆ ਗਿਆ ਸੀ ਵਿਧਾਨ ਕੁਝ ਬ੍ਰਾਹਮਣਾਂ ਵੱਲੋਂ। ਇਸ ਕਰਕੇ ਬਹੁਤ ਸਾਰੇ ਵੈਸ਼ ਕੇਵਲ ਸੁਣਦੇ ਸਨ ਔਰ ਸੁਣ ਕੇ ਚੇਤੇ ਕਰ ਲੈਂਦੇ ਸੀ, ਯਾਦ ਕਰ ਲੈਂਦੇ ਸੀ। ਪੜ੍ਹ ਲਿਆ ਜਾਂ ਫਿਰ ਸੁਣ ਲਿਆ। ਬਹੁਤ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕਰ ਲਿਆ ਜਾਂ ਫਿਰ ਸੁਣ ਲਿਆ। ਕਿਆ ਵੇਦ ਪੁਰਾਨ ਸੁਣੀਐ। ਕੀ ਹੋ ਗਿਆ? ਜੇ ਪੜ੍ਹ ਲਿਆ ਜਾਂ ਸੁਣ ਲਿਆ ਤਾਂ ਕੀ ਹੋਇਆ? ਵੇਦਾਂ ਔਰ ਪੁਰਾਣਾਂ ਨੂੰ ਪੜ੍ਹ ਲਿਆ ਜਾਂ ਸੁਣ ਲਿਆ ਤੇ ਕੀ ਹੋ ਗਿਆ? ਤੂੰ ਇਹ ਨਾ ਸਮਝੀ ਕਿ ਮੈਂ ਇੰਨਾ ਕੁਝ ਪੜ੍ਹ ਲਿਆ, ਇੰਨਾ ਕੁਝ ਸੁਣ ਲਿਆ ਤੇ ਮੈਂ ਬੜਾ ਵੱਡਾ 30 ਮਾਰਖਾਂ ਬਣ ਗਿਆ। ਕਿਆ ਹੈ? ਕਬੀਰ ਜੀ ਮਹਾਰਾਜ ਜੀ ਇਹ ਨਹੀਂ ਕਹਿ ਰਹੇ ਕਿ ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਨਾ ਤੇ ਸੁਣਨਾ ਛੱਡ ਦਿਓ, ਜਾਂ ਬਹੁਤ ਸਾਰੀਆਂ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨੀਆਂ ਸੁਣਨੀਆਂ ਛੱਡ ਦਿਓ। ਪਰ ਕੇਵਲ ਪੜ੍ਹਨ ਔਰ ਸੁਣਨ ਤੱਕ ਹੀ ਨਾ ਸੀਮਤ ਰਹੋ। ਜੋ ਪੜ੍ਹਿਆ, ਜੋ ਸੁਣਿਆ, ਉਹਨੂੰ ਆਪਣੇ ਹਿਰਦੇ ਵਿੱਚ ਅਨੁਭਵ ਕਰਕੇ ਵੇਖੋ ਕਿ ਵਾਕਈ ਐਸਾ ਹੈ। ਪ੍ਰੈਕਟੀਕਲ ਤਾਂ ਹੋਵੇ। ਕਹਿੰਦੇ ਕੀ ਹੋਇਆ ਜੇ ਤੂੰ ਬਹੁਤ ਸਾਰੇ ਵੇਦ ਤੇ ਪੁਰਾਣ ਸੁਣ ਲਏ? ਪੜ੍ਹੇ ਸੁਨੇ ਕਿਆ ਹੋਏ। ਕੇਵਲ ਪੜ੍ਹਨ ਮਾਤਰ ਨਾਲ ਜਾਂ ਸੁਣਨ ਮਾਤਰ ਨਾਲ ਕੀ ਹੋ ਜਾਏਗਾ? ਕੇਵਲ ਪੜ੍ਹੀ ਗਿਆ ਜਾਂ ਸੁਣੀ ਗਿਆ ਤਾਂ ਮਹਾਰਾਜ ਜੀ ਜਗਤ ਗੁਰੂ ਬਾਬਾ ਜੀ ਤਾਸਾ ਜੀ ਦੀ ਵਾਰ ਵਿੱਚ ਸਪਸ਼ਟ ਕਰਦੇ ਨੇ, ਪੜ ਗੱਡੇ ਲੱਦੀ ਹੈ। ਜਿੰਨੇ ਮਰਜ਼ੀ ਕਹਿੰਦੇ ਗੱਡੇ ਲੱਦ ਲੋ। ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਚਾਖ। ਜਿੰਨੇ ਸਾਲ ਮਰਜ਼ੀ ਪੜ੍ਹੀ ਚੱਲ, ਜਿੰਨੇ ਮਰਜ਼ੀ ਮਹੀਨੇ ਪੜ੍ਹੀ ਚੱਲ, ਲੇਖੇ ਵਿੱਚ ਤਾਂ ਇੱਕੋ ਹੀ ਗੱਲ ਪੈਣੀ ਹੈ। ਬਾਕੀ ਤਾਂ ਸਭ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਵੀ ਮੈਂ ਇਹ ਵੀ ਪੜ੍ਹਿਆ ਹੋਇਆ ਜੀ, ਮੈਂ ਆਹ ਵੀ ਪੜ੍ਹਿਆ ਹੋਇਆ। ਅਕਸਰ ਪੜ੍ਹਨ ਤੋਂ ਬਾਅਦ ਬਹੁਤਿਆਂ ਦੇ ਹਿਰਦੇ 'ਚ ਹੰਕਾਰ ਤੇ ਹਉਮੈ ਜਾਗ ਪੈਂਦੀ ਹੈ। ਮੈਂ ਪੜ੍ਹਿਆ। ਕਈਆਂ ਨੇ ਕੇਵਲ ਪੜ੍ਹਿਆ ਹੁੰਦਾ, ਉਹਨੂੰ ਚੰਗੀ ਤਰ੍ਹਾਂ ਵਾਚਿਆ ਨਹੀਂ ਹੁੰਦਾ, ਵਿਚਾਰਿਆ ਨਹੀਂ ਹੁੰਦਾ, ਉਦੋਂ ਵੀ ਸਮੱਸਿਆ ਬਣਦੀ। ਪੜ੍ਹਨ ਦਾ ਮਤਲਬ ਚੰਗੀ ਤਰ੍ਹਾਂ ਗੌਰ ਨਾਲ ਉਸ ਨੂੰ ਵਿਚਾਰਨਾ। ਪਰ ਜੇ ਕੇਵਲ ਪੜ੍ਹਿਆ ਹੈ ਜਾਂ ਸੁਣਿਆ ਹੈ ਤਾਂ ਕਬੀਰ ਜੀ ਮਹਾਰਾਜ ਜੀ ਕਹਿੰਦੇ ਕੀ ਹੋ ਗਿਆ? ਪੜ੍ਹ ਸੁਣ ਕੇ ਤੂੰ ਕੀ ਹਾਸਲ ਕਰ ਲਿਆ? ਜਾਓ ਸਹਿਜ ਨ ਮਿਲਿਓ ਸੋਏ। ਤੇਰੇ ਅੰਦਰ ਸਹਿਜ ਨਹੀਂ ਆਇਆ, ਗਿਆਨ ਨਹੀਂ ਆਇਆ, ਤਾਂ ਫਿਰ ਪੜ੍ਹੇ ਸੁਣੇ ਦਾ ਫਾਇਦਾ ਕੀ ਹੋਇਆ? ਸਹਿਜ ਦਾ ਇੱਥੇ ਅਰਥ ਹੈ ਉਹ ਅਵਸਥਾ ਜਿੱਥੇ ਜਾ ਕੇ ਕੇਵਲ ਆਤਮ ਰਾਮ ਦਾ ਪ੍ਰਕਾਸ਼ ਹੁੰਦਾ ਹੈ। ਜਿੱਥੇ ਗਿਆਨ ਰਾਓ ਜਬ ਸੇਜੈ ਆਵੈ ਵਾਲੀ ਖੇਡ ਬਣਦੀ ਹੈ। ਗਿਆਨ ਰਾਓ ਜਬ ਸੇਜੈ ਆਵੈ ਤਾਂ ਨਾਨਕ ਭੋਗ ਕਰੇਈ ਵਾਲੀ ਅਵਸਥਾ ਬਣਦੀ ਹੈ।
ਉਹਨੂੰ ਕਹਿੰਦੇ ਆ ਸਹਿਜ। ਪੜ੍ਹ ਲਿਆ ਜਾਂ ਸੁਣ ਲਿਆ ਤਾਂ ਕੀ ਹੋਇਆ? ਜੇ ਤੂੰ ਸਹਿਜ ਨੂੰ ਪ੍ਰਾਪਤ ਨਹੀਂ ਹੋਇਆ, ਗਿਆਨ ਨੂੰ ਪ੍ਰਾਪਤ ਨਹੀਂ ਹੋਇਆ। ਅਕਸਰ ਕੋਈ ਪੜ੍ਹਨ ਜਾਂਦਾ ਹੋਵੇ ਕਿਸੇ ਸਕੂਲ ਵਿੱਚ, ਕਿਸੇ ਕਾਲਜ ਵਿੱਚ, ਕਿਸੇ ਯੂਨੀਵਰਸਿਟੀ ਵਿੱਚ, ਪੜ੍ਹਨ ਤੋਂ ਬਾਅਦ ਜੋ ਅਕਲਮੰਦ ਨਾ ਹੋਵੇ ਤਾਂ ਅਕਸਰ ਕਹਿੰਦੇ ਸੁਣੀਦਾ, ਉੱਥੇ ਪੜ੍ਹਨ ਜਾਣਾ ਹੈ ਕਿ ਗਲਣ ਜਾਣਾ ਹੈ? ਕੀ ਫਾਇਦਾ ਜੇ ਤੇਰੀ ਇੰਨੀ ਪੜ੍ਹਾਈ ਦਾ, ਜੇ ਤੈਨੂੰ ਇੰਨਾ ਵੀ ਗਿਆਨ ਨਹੀਂ? ਕਹਿੰਦੇ ਸੁਣੀਦਾ ਨਾ, ਕੀ ਫਾਇਦਾ ਤੇਰੀ ਇੰਨੀ ਪੜ੍ਹਾਈ ਦਾ ਜੇ ਤੇਰੇ ਅੰਦਰ ਗਿਆਨ ਹੀ ਨਹੀਂ? ਕਬੀਰ ਜੀ ਵੀ ਕਹਿ ਰਹੇ, ਜੇ ਤੇਰੇ ਅੰਦਰ ਸਹਿਜ ਨਹੀਂ ਆਇਆ, ਮਨ ਦਾ ਟਿਕਾ ਨਹੀਂ ਬਣਿਆ, ਹਿਰਦੇ ਦੀ ਪੂਰਨ ਤੌਰ ਤੇ ਇਕਾਗਰਤਾ ਨਹੀਂ ਬਣੀ, ਤਾਂ ਫਿਰ ਪੜ੍ਹੇ ਸੁਣੇ ਦਾ ਕੀ ਮਤਲਬ ਰਹਿ ਜਾਂਦਾ? ਕਬੀਰ ਜੀ ਇਹ ਕਹਿਣਾ ਚਾਹੁੰਦੇ। ਇਹ ਨਹੀਂ ਕਹਿਣਾ ਚਾਹੁੰਦੇ ਤੁਸੀਂ ਪੜ੍ਹਨਾ ਤੇ ਸੁਣਨਾ ਛੱਡ ਦਿਓ, ਪਰ ਪੜ੍ਹਨ ਸੁਣਨ ਤੋਂ ਬਾਅਦ ਹਿਰਦੇ 'ਚ ਘੱਟੋ ਘੱਟ ਸਹਿਜ ਤਾਂ ਆਵੇ, ਟਿਕਾ ਤਾਂ ਆਵੇ। ਨਹੀਂ ਤਾਂ ਕੱਲੀ ਫੋਕੀ ਪੜ੍ਹਾਈ ਸਹਿਜ ਤੋਂ ਬਿਨਾਂ, ਮਨ ਦੀ ਇਕਾਗਰਤਾ ਤੋਂ ਬਿਨਾਂ ਪੜ੍ਹੀ ਹੋਈ ਫੋਕੀ ਪੜ੍ਹਾਈ ਕਿਸੇ ਕੰਮ ਦੀ ਨਹੀਂ, ਉਹ ਤਾਂ ਨੁਕਸਾਨ ਕਰਦੀ ਹੈ। ਉਹ ਫੋਕੀ ਪੜ੍ਹਾਈ ਜਿਹੜੀ ਹੈ ਉਹ ਤਾਂ ਧੜੇਬੰਦੀਆਂ ਪੈਦਾ ਕਰਦੀ ਹੈ। ਫੋਕੀ ਪੜ੍ਹਾਈ ਹੰਕਾਰ ਨੂੰ ਜਨਮ ਦਿੰਦੀ ਹੈ, ਹਉਮੈ ਨੂੰ ਪੱਠੇ ਪਾਉਂਦੀ ਹੈ। ਤੋ ਪੜ੍ਹਨ ਦੇ ਨਾਲ ਨਾਲ ਹਲੀਮੀ ਵੀ ਆਵੇ, ਸੁਣਨ ਦੇ ਨਾਲ ਨਾਲ ਹਿਰਦੇ 'ਚ ਹਲੀਮੀ ਵੀ ਆਵੇ, ਨਿਮਰਤਾ ਤੇ ਨਿਰਮਾਣਤਾ ਦੀ ਬਿਰਤੀ ਵੀ ਬਣੇ। ਇਹ ਨਹੀਂ ਜੇ ਥਾਂ ਥਾਂ ਜਾ ਕੇ ਹੁਜਤਬਾਜ਼ੀਆਂ ਕਰਦਾ ਫਿਰੇ। ਅੱਜ ਸਿੱਖ ਨਾਲ ਚਲਾਕੀ ਕਰਨ ਤੋਂ ਬਾਅਦ ਨਹੀਂ ਆਉਂਦਾ। ਹੈਰਾਨੀ ਹੁੰਦੀ ਹੈ ਕਿ ਜਦੋਂ ਇੱਕ ਸਿੱਖ ਦੂਸਰੇ ਸਿੱਖ ਦਾ ਮਿਸਯੂਜ਼ ਕਰਨ ਵਾਸਤੇ ਉਹਦੇ ਨਾਲ ਚਲਾਕੀ ਵਰਤਦਾ, ਮੈਂ ਕਿਵੇਂ ਇਹਦਾ ਨੁਕਸਾਨ ਕਰ ਸਕਦਾ? ਹੈਰਾਨੀ। ਔਰ ਆਪਣੀ ਦਿਮਾਗ ਦੀ ਉਸ ਵਿਦਿਆ ਨੂੰ, ਉਸ ਪੜ੍ਹਾਈ ਨੂੰ ਉਹ ਗੁਰਸਿੱਖਾਂ ਨੂੰ ਹੀ ਠੱਗਣ ਵਾਸਤੇ ਵਰਤਣ ਦਾ ਯਤਨ ਕਰਦਾ। ਏਦਾਂ ਦੀਆਂ ਚਲਾਕੀਆਂ ਤੇ ਚਤਰਾਈਆਂ ਨਾਲ ਪਰਮੇਸ਼ਰ ਨਹੀਂ ਰੀਝਦਾ। ਮਤ ਕੋਈ ਇਹ ਭਰਮ ਦੇ ਵਿੱਚ ਰਹੇ ਕਿ ਮੈਂ ਆਪਣੀ ਚਲਾਕੀ ਚਤਰਾਈ ਨਾਲ ਕਿਸੇ ਦੂਸਰੇ ਨੂੰ ਗੁੰਮਰਾਹ ਕਰਕੇ ਠੱਗ ਲਵਾਂਗਾ ਜਾਂ ਉਸ ਦਾ ਨੁਕਸਾਨ ਕਰ ਦੇਵਾਂਗਾ, ਤੇ ਉਹਦਾ ਭੁਲੇਖਾ ਹੈ। ਨੁਕਸਾਨ ਖੁਦ ਉਹਦਾ ਆਪਣਾ ਹੁੰਦਾ ਜੇ ਕਦੋਂ ਕਿਸੇ ਸਿੱਖ ਦੇ ਨਾਲ ਕੋਈ ਚਲਾਕੀ ਕਰਕੇ ਉਹਦਾ ਨੁਕਸਾਨ ਕਰਨ ਦਾ ਯਤਨ ਕਰੇ। ਸਿੱਖ ਤਾਂ ਉਹ ਬਿਰਤੀ ਰੱਖਦਾ ਕਿ ਕਿਸੇ ਦਾ ਵੀ ਬੁਰਾ ਨਾ ਮੰਗੇ। ਸਰਬੱਤ ਦੇ ਭਲੇ ਦੀ ਅਰਦਾਸ ਦੀ ਕਾਂਖਾ ਗੁਰਸਿੱਖ ਦੇ ਹਿਰਦੇ 'ਚ ਬਣੀ ਰਹਿੰਦੀ ਹੈ। ਇਸ ਕਰਕੇ ਪੜ੍ਹੇ ਸੁਣੇ ਦਾ ਕੀ ਫਾਇਦਾ, ਕੀ ਲਾਭ, ਜੇ ਹਿਰਦੇ 'ਚ ਸਹਿਜ ਨਹੀਂ ਹੈ, ਟਿਕਾ ਨਹੀਂ ਹੈ। ਹਰ ਕਾ ਨਾਮ ਨਾ ਜਪਸ ਗਵਾਰਾ। ਗਵਾਰ ਤੂੰ ਭਾਵੇਂ ਪੜ੍ਹ ਲਿਖ ਗਿਆ, ਪਰ ਮੇਰੀ ਦ੍ਰਿਸ਼ਟੀ ਵਿੱਚ ਕਬੀਰ ਜੀ ਕਹਿੰਦੇ ਤੂੰ ਗਵਾਰ ਹੈ, ਅਨਪੜ੍ਹ। ਗਵਾਰ ਬੇਸਮਝ ਹੈ, ਬੇਵਕੂਫ ਹੈ ਮੇਰੀ ਦ੍ਰਿਸ਼ਟੀ ਵਿੱਚ, ਜੇ ਤੂੰ ਭਾਵੇਂ ਪੜ੍ਹਿਆ ਲਿਖਿਆ ਵੀ ਹੋਵੇਂ ਤੇ ਨਾਮ ਨਹੀਂ ਜਪਦਾ। ਹੇ ਗਵਾਰ ਸੰਬੋਧਨ ਕਰਕੇ ਕਹਿੰਦੇ, ਹੇ ਗਵਾਰ ਬੇਸਮਝ ਵੀ ਜੀਵ, ਤੂੰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ? ਕਿਆ ਸੋਚ ਹੈ ਬਾਰੰਬਾਰ। ਸੋਚਦਾ ਹੈ ਬਾਰ-ਬਾਰ, ਬਾਰੰਬਾਰ ਕਿਹੜੀਆਂ ਸੋਚਾਂ ਦੇ ਵਿੱਚ ਪਿਆ ਹੋਇਆ? ਨਾਮ ਜਪਣ ਵਾਸਤੇ ਤੈਨੂੰ ਕਿਹਾ ਜਾਂਦਾ, ਤੂੰ ਸੋਚਾਂ ਸੋਚੀ ਜਾਂਦਾ। ਇਹ ਸੋਚਾਂ ਉਦੋਂ ਤੱਕ ਨਹੀਂ ਮਿਟਣੀਆਂ ਜਦੋਂ ਤੱਕ ਤੂੰ ਹਰੀ ਦੇ ਨਾਮ ਦਾ ਚਿੰਤਨ ਨਹੀਂ ਕਰਦਾ। ਸੋਚਾਂ ਬਣੀਆਂ ਰਹਿਣਗੀਆਂ, ਸੋਚੀ ਜਾਏਗਾ, ਦਿਮਾਗ ਵਿੱਚ ਇੱਕ ਚੀਜ਼ ਆਉਂਦੀ ਹੈ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ, ਤੇ ਲੱਖਾਂ ਵੇਰੀ ਸੋਚੀ ਚੱਲ, ਕੱਖ ਨਹੀਂ ਬਣਨਾ। ਕੀ ਸੋਚਦਾ ਹੈ ਬਾਰ-ਬਾਰ? ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਗਵਾਰ ਤੂੰ ਕਿਉਂ ਨਹੀਂ ਜਪਦਾ? ਕਬੀਰ ਜੀ ਸਵਾਲ ਕਰਦੇ ਹਨ। ਰਹਾਉ ਅੰਧਿਆਰੇ ਦੀਪਕ ਚਹੀਐ। ਅੰਧਕਾਰ ਵਿੱਚ ਜਿੱਥੇ ਹਨੇਰਾ ਹੀ ਹਨੇਰਾ ਹੋਵੇ,
ਉੱਥੇ ਦੀਵੇ ਦੀ ਜ਼ਰੂਰਤ ਹੁੰਦੀ ਹੈ, ਚਾਹੀਦਾ ਹੈ। ਜਿੱਥੇ ਅਵਿਦਿਆ ਤੇ ਅਗਿਆਨਤਾ ਦਾ ਹਨੇਰਾ ਹੋਵੇ ਉੱਥੇ ਗਿਆਨ ਦਾ ਦੀਵਾ ਚਾਹੀਦਾ ਹੈ, ਗਿਆਨ ਦਾ ਪ੍ਰਕਾਸ਼ ਚਾਹੀਦਾ ਹੈ, ਤਦੇ ਉਸ ਹਨੇਰੇ ਦੀ ਨਿਰਵਿਰਤੀ ਹੋਣੀ। ਅੰਧਕਾਰ ਤੇ ਅਗਿਆਨਤਾ ਵਿੱਚ ਕਦੇ ਵੀ ਕਿਸੇ ਨੂੰ ਸੁੱਖ ਮਹਿਸੂਸ ਨਹੀਂ ਹੁੰਦਾ। ਅੰਧਕਾਰ ਤੇ ਹਨੇਰੇ ਵਿੱਚ ਹਮੇਸ਼ਾ ਦੁੱਖ ਹੀ ਦੁੱਖ ਹੈ, ਭਟਕਣ ਹੀ ਭਟਕਣ ਹੈ। ਤੇ ਅੰਧਿਆਰੇ ਦੇ ਵਿੱਚ, ਅੰਧਕਾਰ ਦੇ ਵਿੱਚ ਗਿਆਨ ਦਾ ਦੀਵਾ ਚਾਹੀਦਾ ਹੈ। ਇੱਕ ਬਸਤ ਅਗੋਚਰ ਲਹਿਆ। ਇਸ ਵਕਤ ਤੋਂ ਗਿਆਨ ਦਾ ਦੀਵਾ ਜਗਦਾ ਹੈ ਤਾਂ ਫਿਰ ਉਸ ਅਗੋਚਰ ਵਸਤੂ ਦੀ ਪ੍ਰਾਪਤੀ ਹੁੰਦੀ ਜੋ ਇੰਦਰੀਆਂ ਤੋਂ ਅਤੀਤ ਹੈ। ਅਗੋਚਰ ਜੋ ਇੰਦਰੀਆ ਅਤੀਤ, ਜੋ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਅਗੋਚਰ ਦਾ ਮਤਲਬ ਜਿਸ ਨੂੰ ਨਾ ਅੱਖਾਂ ਵੇਖ ਸਕਣ, ਨਾ ਕੰਨ ਸੁਣ ਸਕਣ, ਨਾ ਜ਼ੁਬਾਨ ਚੱਕ ਸਕੇ, ਨਾ ਹੱਥ ਪਕੜ ਸਕਣ, ਪੈਰ ਜਿਸ ਤੱਕ ਚੱਲ ਕੇ ਜਾ ਨਾ ਸਕਣ, ਉਸ ਨੂੰ ਕਹਿੰਦੇ ਨੇ ਅਗੋਚਰ। ਅਗੋਚਰ ਕਲਗੀਧਰ ਪਾਤਸ਼ਾਹ ਦਾ ਬੜਾ ਹੀ ਪਿਆਰਾ ਵਚਨ ਸ੍ਰੀ ਜਾਪ ਸਾਹਿਬ ਅੰਦਰ ਆਪ ਜੀ ਪੜ੍ਹਦੇ, ਨਮੋ ਪਰਮ ਤਤੰ ਅਤਤੰ ਸਰੂਪੇ। ਪਰਮੇਸ਼ਰ ਪਰਮ ਤਤ ਹੈ, ਪਰ ਉਹ ਤਤ ਨਹੀਂ ਜਿਹੜੇ ਤੱਤਾਂ ਦਾ ਸਾਡਾ ਸਰੀਰ ਬਣਿਆ ਹੋਇਆ। ਆ ਤਤੰ ਸਰੂਪੇ, ਉਹ ਤੱਤਾਂ ਤੋਂ ਬਿਨਾਂ ਉਹਦਾ ਸਰੂਪ ਹੈ। ਹੁਣ ਸਾਡਾ ਸਰੀਰ ਤੱਤਾਂ ਦਾ ਬਣਿਆ ਹੋਇਆ ਤੇ ਫਿਰ ਤੱਤਾਂ ਦੇ ਬਣੇ ਹੋਏ ਇਸ ਸਰੀਰ ਦੇ ਨਾਲ ਜੋ ਤੱਤਾਂ ਦਾ ਹੈ ਹੀ ਨਹੀਂ ਉਸ ਤੱਕ ਪਕੜ ਕਿਵੇਂ ਹੋ ਸਕਦੀ? ਅਤਤ ਤੱਤਾਂ ਦੇ ਬਣੇ ਹੋਏ ਸਰੀਰ ਨਾਲ ਅਸੀਂ ਪੰਜ ਭੌਤਿਕ, ਪੰਜ ਤੱਤਾਂ ਦੀਆਂ ਵਸਤੂਆਂ ਨੂੰ ਪਕੜ ਸਕਦੇ ਹਾਂ, ਵੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਪਰ ਜੋ ਤੱਤਾਂ ਦਾ ਰੂਪ ਹੈ ਹੀ ਨਹੀਂ, ਅਤਤ ਹੈ, ਉਸ ਨੂੰ ਕਿਵੇਂ ਜਾਣਾਂਗੇ? ਇਸ ਕਰਕੇ ਉਹਨੂੰ ਕਹਿੰਦੇ ਨੇ ਅਗੋਚਰ। ਪਰ ਹਾਂ, ਜਦੋਂ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਫਿਰ ਉਹ ਅਗੋਚਰ ਵਸਤੂ ਲਹੀ ਹੈ, ਪ੍ਰਾਪਤ ਹੋ ਜਾਂਦੀ ਹੈ। ਸ਼ੀਸ਼ਾ ਸਾਹਮਣੇ ਹੈ, ਬਿਲਕੁਲ ਹਨੇਰਾ ਹੈ, ਸਾਨੂੰ ਆਪਣੀ ਸ਼ਕਲ ਉਸ ਸ਼ੀਸ਼ੇ 'ਚ ਨਹੀਂ ਦਿਸਦੀ, ਨਾ ਸ਼ੀਸ਼ਾ ਦਿਸਦਾ, ਨਾ ਸ਼ਕਲ ਦਿਸਦੀ। ਇੱਕਦਮ ਬਲਬ ਜਗਿਆ, ਲਾਈਟ ਜਗੀ, ਰੌਸ਼ਨੀ ਹੋਈ, ਉਸੇ ਸ਼ੀਸ਼ੇ 'ਚ ਸਾਨੂੰ ਅਕਸ਼ ਦਿਸਣ ਲੱਗ ਪਿਆ, ਆਪਣਾ ਰੂਪ ਦਿਸਣ ਲੱਗ ਪਿਆ, ਤਾਂ ਦੱਸੋ ਉੱਥੇ ਕੀ ਆ ਗਿਆ? ਕਿ ਸਾਨੂੰ ਕੁਝ ਪ੍ਰਾਪਤ ਹੋ ਗਿਆ, ਸਾਡਾ ਸਰੂਪ ਸਾਨੂੰ ਪ੍ਰਾਪਤ ਹੋ ਗਿਆ? ਨਹੀਂ, ਜੋ ਨਹੀਂ ਸੀ ਦਿਸ ਰਿਹਾ ਹਨੇਰੇ ਕਰਕੇ ਰੋਸ਼ਨੀ ਨਾਲ ਦਿਸਣ ਲੱਗ ਪਿਆ, ਹੈ ਉੱਥੇ ਹੀ ਸੀ। ਗਿਆਨ ਦਾ ਸੂਰੇ ਉਦੇ ਹੋਣ ਨਾਲ, ਗਿਆਨ ਦਾ ਦੀਵਾ ਜਗਣ ਦੇ ਨਾਲ, ਗਿਆਨ ਦੀਪਕ ਹੈ। ਪਾਤਸ਼ਾਹ ਕਹਿੰਦੇ ਨਾਮ ਵੀ ਦੀਵਾ ਹੈ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰ। ਹਰੀ ਦਾ ਨਾਮ ਹੀ ਦੀਵਾ, ਹਰੀ ਦਾ ਨਾਮ ਹੀ ਬੱਤੀ ਹੈ, ਹਰੀ ਦਾ ਨਾਮ ਹੀ ਤੇਲ ਹੈ। ਤੇ ਹਰੀ ਦੇ ਨਾਮ ਦੀ ਮੈਂ ਜੋਤ ਲਾਈ ਹੈ, ਜਿਹਦੇ ਨਾਲ ਉਜਿਆਰਾ, ਸਾਰੇ ਭਵਨ ਦੇ ਵਿੱਚ ਰੌਸ਼ਨੀ ਰੌਸ਼ਨੀ। ਤੋ ਜਿਸ ਵਕਤ ਉਹ ਨਾਮ ਦਾ ਦੀਵਾ ਅੰਦਰ ਜਗਿਆ, ਜੋ ਅਗੋਚਰ ਸੀ, ਇੰਦਰੀਆਂ ਅਤੀਤ ਸੀ, ਉਹ ਲਹੀਆ, ਉਹਨੂੰ ਜਾਣ ਲਿਆ, ਪ੍ਰਾਪਤ ਕਰ ਲਿਆ। ਵਸਤ ਅਗੋਚਰ ਪਾਏ। ਅਗੋਚਰ ਵਸਤੂ ਸੀ, ਆਤਮਾ ਅਗੋਚਰ ਹੈ। ਆਤਮਾ ਕਰਕੇ ਇੰਦਰੀਆਂ ਚੇਸ਼ਟਾ ਕਰ ਰਹੀਆਂ ਨੇ, ਇੰਦਰੀਆਂ ਉਸ ਆਤਮਾ ਨੂੰ ਨਹੀਂ ਵੇਖਦੀਆਂ, ਆਤਮਾ ਇਹਨਾਂ ਇੰਦਰੀਆਂ ਦੀ ਸਾਖੀ ਜ਼ਰੂਰ ਹੈ। ਆਤਮਾ ਸਾਡੀ ਅੱਖਾਂ ਨੂੰ ਵੀ ਜਾਣਦੀ ਹੈ, ਅੱਖਾਂ ਵਿੱਚ, ਕਿਉਂਕਿ ਉਹੀ ਉਸੇ ਦੀ ਸੱਤਾ ਕਰਕੇ ਅੱਖਾਂ ਵੇਖਦੀਆਂ ਨੇ। ਆਤਮਾ ਸਾਡੀ ਜ਼ੁਬਾਨ ਨੂੰ ਜਾਣਦੀ, ਕਿਉਂਕਿ ਉਸੇ ਦੀ ਸੱਤਾ ਕਰਕੇ ਸਵਾਦ ਨੂੰ ਚੱਖਦੀ ਹੈ, ਬੋਲਦੀ ਹੈ। ਆਤਮਾ ਦੀ ਸੱਤਾ ਚਮੜੀ ਵਿੱਚ ਹੈ, ਇਸੇ ਕਰਕੇ ਇਸ ਚਮੜੀ ਨਾਲ ਅਸੀਂ ਸਪਰਸ਼ ਨਰਮ ਦਾ, ਠੰਡੇ ਦਾ, ਗਰਮ ਦਾ ਮਹਿਸੂਸ ਅਨੁਭਵ ਕਰਦੇ ਹਾਂ, ਔਰ ਆਤਮਾ ਇਸ ਦੀ ਸਾਖੀ ਹੈ।
ਆਤਮਾ ਇਹਨਾਂ ਸਾਰੀਆਂ ਇੰਦਰੀਆਂ ਨੂੰ ਵੇਖਦੀ ਹੈ, ਪਰ ਇਹ ਇੰਦਰੀਆਂ ਉਸ ਆਤਮਾ ਨੂੰ ਨਹੀਂ ਵੇਖ ਸਕਦੀਆਂ, ਇਸ ਕਰਕੇ ਉਹਨੂੰ ਕਹਿੰਦੇ ਨੇ ਅਗੋਚਰ। ਭਗਤ ਜੀ ਕਹਿੰਦੇ ਜਦੋਂ ਗਿਆਨ ਦਾ ਦੀਵਾ ਜਗਿਆ, ਮੈਂ ਉਸ ਅਗੋਚਰ ਵਸਤੂ ਨੂੰ ਪਾ ਲਿਆ। ਪਾਉਣ ਤੋਂ ਭਾਵ ਉਹਨੂੰ ਆਪਣੇ ਹਿਰਦੇ 'ਚ ਹੀ ਸਾਖਸ਼ਾਤਕਾਰ ਕਰ ਲਿਆ। ਘਾਟ ਦੀਪਕ ਰਹਿਆ ਸਮਾਏ। ਇਸ ਚੀਜ਼ ਦਾ ਗਿਆਨ ਪ੍ਰਾਪਤ ਕਰਨਾ ਸੀ, ਜਦੋਂ ਚੀਜ਼ ਮਿਲ ਗਈ ਤੇ ਫਿਰ ਉਹ ਗਿਆਨ ਉੱਥੇ ਹੀ ਸਮਾ ਗਿਆ। ਘਟ ਦੀਪਕ, ਉਹ ਫਿਰ ਜਿਹੜਾ ਗਿਆਨ ਦਾ ਦੀਵਾ ਸੀ ਫਿਰ ਉੱਥੇ ਹੀ ਸਮਾ ਗਿਆ। ਮੰਨ ਲਓ ਕਿਸੇ ਚੀਜ਼ ਦਾ ਸਾਨੂੰ ਗਿਆਨ ਪ੍ਰਾਪਤ ਕਰਨ ਵਾਸਤੇ ਅਸੀਂ ਯਤਨਸ਼ੀਲ ਹੋਏ, ਜਦੋਂ ਉਸ ਨੂੰ ਜਾਣ ਲਿਆ, ਉਹ ਜਾਣਨ ਤੋਂ ਬਾਅਦ ਫਿਰ ਉਹ ਗਿਆਨ ਨਹੀਂ ਰਹਿ ਜਾਂਦਾ, ਉਹ ਗਿਆਨ ਉਹਦੇ ਵਿੱਚ ਹੀ ਸਮਾ ਜਾਂਦਾ। ਮੈਂ ਜੋ ਵੇਖਣਾ ਸੀ ਵੇਖ ਲਿਆ, ਤੇ ਵੇਖਣ ਤੋਂ ਬਾਅਦ ਜਦੋਂ ਮੈਂ ਇਹੀ ਹਾਂ ਤੇ ਫਿਰ ਉੱਥੇ ਗਿਆਨ ਵੀ ਸਮਾ ਜਾਂਦਾ ਹੈ, ਉੱਥੇ ਗਿਆਨ ਵੀ ਵੱਖਰਾ ਨਹੀਂ ਰਹਿ ਜਾਂਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਡੂੰਘਾ ਬਚਨ ਕਬੀਰ ਜੀ ਮਹਾਰਾਜ ਜੀ ਕਹਿ ਰਹੇ ਨੇ, ਮੇਰੇ ਕੋਲੋਂ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਣਾ ਕਿ ਜਦੋਂ ਅਸੀਂ ਆਪਣੇ ਨਿਜ ਰੂਪ ਨੂੰ ਜਾਣ ਹੀ ਲਿਆ, ਜਾਣਨ ਲਈ ਗਿਆਨ ਦੀ ਜ਼ਰੂਰਤ ਸੀ, ਜਦੋਂ ਜਾਣ ਲਿਆ ਫਿਰ ਉਹ ਗਿਆਨ ਉੱਥੇ ਹੀ ਸਮਾ ਗਿਆ, ਉੱਥੇ ਹੀ ਉਹ ਅਭੇਦ ਹੋ ਗਿਆ। ਹਾਂਜੀ। ਕਹੈ ਕਬੀਰ ਅਬ ਜਾਣਿਆ। ਕਬੀਰ ਜੀ ਮਹਾਰਾਜ ਜੀ ਕਹਿੰਦੇ ਮੈਂ ਹੁਣ ਜਾਣ ਲਿਆ, ਅਬ ਹੁਣ ਜਾਣ ਲਿਆ, ਹੁਣੇ ਜਾਣਿਆ। ਹਾਂਜੀ। ਜਬ ਜਾਣਿਆ ਤਉ ਮਨ ਮਾਨਿਆ। ਜਦੋਂ ਜਾਣ ਲਿਆ ਤੇ ਮੇਰਾ ਮਨ ਮੰਨ ਗਿਆ। ਜਿਹੜਾ ਮਨ ਮੰਨਦਾ ਨਹੀਂ ਸੀ, ਭੱਜਿਆ ਫਿਰਦਾ ਸੀ, ਮਨਾਉਂਦਾ ਸੀ ਇਹਨੂੰ, ਉਹ ਟਿਕ ਜਾ ਮਨਾ, ਆ ਜਾ ਘਰ ਵਾਪਸ। ਇਸ ਮਨ ਨੂੰ ਬੜੇ ਤਰਲੇ ਕਰਦਾ ਸੀ, ਉਹ ਟਿਕ ਜਾ ਓਏ, ਇਕਾਗਰ ਹੋ ਜਾ, ਪੜ ਬਾਣੀ ਵਿੱਚ ਜੁੜ ਜਾ, ਸਿਮਰਨ ਵਿੱਚ ਲੱਗ ਜਾ। ਨਹੀਂ ਸੀ ਮੰਨਦਾ। ਕਹਿੰਦੇ ਹੁਣ ਮੰਨ ਗਿਆ। ਮੇਰਾ ਇਹ ਮਨ ਹੁਣ ਮੰਨ ਗਿਆ, ਇਕਾਗਰ ਹੋ ਗਿਆ ਜਦੋਂ ਜਾਣ ਲਿਆ। ਮਨ ਮਾਨੇ ਲੋਗ ਨਾ ਪਤੀਜੈ। ਜ਼ਰੂਰੀ ਨਹੀਂ ਕਿ ਮੇਰਾ ਮਨ ਜਿਸ ਚੀਜ਼ ਨੂੰ ਮੰਨਦਾ ਤੇ ਮੈਂ ਲੋਕਾਂ ਨੂੰ ਵੀ ਉਸੇ ਦੇ ਗੱਲ ਦੇ ਉੱਤੇ ਭਤੀਜਾਂ। ਤੁਸੀਂ ਵੀ ਮੰਨੋ, ਮੇਰੇ ਮਨ ਮੰਨੇ ਨਾਲ ਦੁਨੀਆ ਥੋੜੀ ਭਤੀਜਣੀ ਹੈ। ਮੰਨ ਲਓ ਵੀ ਜਿਸ ਕੰਮ ਨੂੰ ਮੇਰਾ ਮਨ ਮੰਨਦਾ, ਜ਼ਰੂਰੀ ਨਹੀਂ ਕਿ ਸਾਰਿਆਂ ਦਾ ਮਨ ਉਸੇ ਕੰਮ ਨੂੰ ਮੰਨੇ। ਸਭ ਦਾ ਮਨ ਕਰੇ ਵੀ ਹਾਂ ਇਹੀ ਕਰੀਏ ਜੋ ਫਲਾਣਾ ਕਰ ਰਿਹਾ, ਜੋ ਅਮਕਾ ਕਰ ਰਿਹਾ। ਸਭ ਨੇ ਆਪ ਆਪਣੇ ਹਿਰਦੇ ਵਿੱਚ ਮਨਨ ਕਰਨਾ। ਇਸ ਗੱਲ ਦਾ ਚਿੰਤਨ ਸਭ ਨੂੰ ਕਰਨਾ ਪਵੇਗਾ। ਮੇਰੇ ਮਨ ਮੰਨੇ ਨਾਲ ਲੋਕਾਂ ਨੇ ਨਹੀਂ ਭਤੀਜਣਾ ਜਦੋਂ ਤੱਕ ਉਹ ਖੁਦ ਨਾ ਵੇਖਣਗੇ। ਜਦੋਂ ਤੱਕ ਖੁਦ ਨਾ ਵੇਖਣਗੇ ਕਿਵੇਂ ਮੰਨਣਗੇ? ਇਸ ਕਰਕੇ ਉਹਨਾਂ ਨੂੰ ਵੀ ਮੰਨਣ ਦੀ ਬਿਰਤੀ ਬਣਾਉਣੀ ਪਵੇਗੀ। ਤੇ ਮਨ ਮੰਨੇ ਦਾ ਹੀ ਧਰਮ ਹੈ, ਮਨ ਮੰਨੇ ਦਾ ਹੀ ਰੱਬ ਹੈ, ਮਨ ਮੰਨੇ ਦੀਆਂ ਰਿਸ਼ਤੇਦਾਰੀਆਂ ਨੇ, ਮਨ ਮੰਨੇ ਦਾ ਹੀ ਸੰਸਾਰ ਹੈ, ਮਨ ਮੰਨੇ ਦਾ ਹੀ ਸਭ ਕੁਝ, ਮਨ ਮੰਨੇ ਦਾ ਹੀ ਹੈ। ਤਦੇ ਪਾਤਸ਼ਾਹ ਕਹਿੰਦੇ ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤੋ ਮੇਰਾ ਮਨ ਮੰਨ ਗਿਆ। ਕਬੀਰ ਜੀ ਤੁਹਾਡਾ ਮਨ ਮੰਨਿਆ, ਲੋਕ ਥੋੜੀ ਮੰਨਦੇ ਐ, ਇਹ ਥੋੜੀ ਭਤੀਜਣਗੇ। ਹਾਂਜੀ, ਇਹ ਸਵਾਲ ਕੀਤਾ। ਨਾਮ ਭਤੀਜੈ ਤਉ ਕਿਆ ਕੀਜੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਮੇਰਾ ਤਾਂ ਫਰਜ਼ ਸੀ ਕਹਿਣਾ, ਨਹੀਂ ਮੰਨਦੇ ਤੇ ਫਿਰ ਮੈਂ ਕੀ ਕਰਾਂ? ਜ਼ਬਰਦਸਤੀ ਤਾਂ ਕਿਸੇ ਨੂੰ ਬੰਨ ਕੇ ਖੀਰ ਖਵਾਉਣੋਂ ਰਹੇ। ਜਬਰੀ ਕਿਸੇ ਨੂੰ ਬੰਨ ਕੇ ਖੀਰ ਖਵਾਉਣ ਦਾ ਕੀ ਲਾਭ ਹੈ? ਮੇਰਾ ਮਨ ਮੰਨ ਗਿਆ। ਉਹ ਕਹਿੰਦੇ ਜੀ ਤੁਹਾਡਾ ਮੰਨਿਆ, ਲੋਕ ਥੋੜੀ ਮੰਨਦੇ ਆ। ਤੇ ਕਬੀਰ ਜੀ ਕਹਿੰਦੇ ਨਾ ਮੰਨਣ, ਨਾ ਮੰਨਣ ਤੇ ਮੇਰਾ ਕੀ ਕਰਨਗੇ? ਕੀ ਕਰ ਸਕਦੇ ਆ? ਹੁਣ ਜਿਹੜਾ ਮੰਨੇ ਹੀ ਨਾ, ਉਹਦਾ ਤਾਂ ਇਲਾਜ ਹੀ ਨਹੀਂ ਬਣਿਆ ਦੁਨੀਆ 'ਚ। ਮੈਂ ਨਾ ਮਾਨੂ ਦਾ ਕੋਈ ਇਲਾਜ ਨਹੀਂ ਦੁਨੀਆ 'ਚ। ਜਿਹੜਾ ਨੇ ਜਿੱਦ ਬਣਾ ਲਈ ਹੈ, ਅੜੀ ਬਣਾ ਲਈ, ਮੈਂ ਨਾ ਮਾਨੂ, ਉਹਦਾ ਇਲਾਜ ਖੁਦ ਬ੍ਰਹਮਾ ਵੀ ਆ ਕੇ ਨਹੀਂ ਕਰ ਸਕਦਾ। ਤੇ ਫਿਰ ਕੀ ਕਰੀਏ? ਨਾ ਮੰਨਣ।
ਨਹੀਂ ਮੰਨਦੇ, ਨਾ ਮੰਨਣ ਖਸਮਾਂ ਨੂੰ ਖਾਣ। ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜਾ ਤੋ ਕਿਆ, ਨਹੀਂ ਭਤੀਜਦੇ ਤੇ ਮੈਂ ਕੀ, ਉਹਨਾਂ ਪਿੱਛੇ ਮੈਂ ਆਪਣਾ ਰਸ ਕਿਉਂ ਖਰਾਬ ਕਰਾਂ। ਸਾਡੀ ਇੱਕ ਧਾਰਨਾ ਹੁੰਦੀ ਹੈ ਵੀ ਮਨਾਉਣਾ ਇਹਨੂੰ ਫਲਾਣੇ ਨੂੰ, ਜਿਵੇਂ ਮਰਜ਼ੀ ਮਨਾਵਾਂ। ਕਈ ਵਾਰ ਉਹਨੂੰ ਮਨਾਉਂਦਿਆਂ ਮਨਾਉਂਦਿਆਂ ਆਪਣਾ ਮਨ ਅਸ਼ਾਂਤ ਕਰ ਬੈਨੇ, ਉਹ ਮੰਨਦਾ ਨਹੀਂ, ਸਾਡਾ ਮਨ ਅਸ਼ਾਂਤ ਹੋ ਜਾਂਦਾ। ਇਹਦੇ ਨਾਲੋਂ ਚੰਗਾ ਮੂਰਖ ਨਾਲ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ। ਨਹੀਂ ਮੰਨਦਾ, ਕਿਨਾਰਾ ਕਰ, ਪਾਸੇ ਹੋ। ਕਿਉਂ ਆਪਣਾ ਰਸ ਖਰਾਬ ਕਰਨਾ, ਕਿਉਂ ਆਪਣਾ ਨਾ। ਹਾਂ, ਕੋਈ ਜਗਿਆਸਾ ਰੱਖ ਕੇ, ਬਿਰਤੀ ਰੱਖ ਕੇ ਆਵੇ, ਉਹਨੂੰ ਮਨਾਓ। ਪਰ ਜਿਸ ਅੰਦਰ ਜਗਿਆਸਾ ਹੀ ਨਹੀਂ ਹੈ, ਜਿਸ ਨੇ ਧਾਰਨਾ ਇਹ ਪੱਕੀ ਬਣਾ ਕੇ ਆਪਣੇ ਹਿਰਦੇ 'ਚ ਆਉਣਾ ਕਿ ਮੈਂ ਨਹੀਂ ਮੰਨਣਾ, ਉਹਦੇ ਨਾਲ ਟਾਈਮ ਖਰਾਬ ਕਰਨ ਦੀ ਬਜਾਏ ਜਿਹੜਾ ਸਮਾਂ ਉਹਦੇ ਨਾਲ ਬਹਿਸਬਾਜ਼ੀ ਵਿੱਚ, ਤਕਰਾਰਬਾਜ਼ੀ 'ਚ ਬਤੀਤ ਕਰਨਾ, ਉਹ ਸਮਾਂ 2-4 ਪਾਠ ਜਪਜੀ ਸਾਹਿਬ ਦੇ ਕਰਕੇ ਬਤੀਤ ਕਰ ਲਓ। ਆਪਣਾ ਰਸ ਲਓ, ਆਨੰਦ ਲਓ। ਕਿਉਂ ਕਿਸੇ ਦੇ ਵਾਸਤੇ ਆਪਣੇ ਰਸ ਨੂੰ ਖਰਾਬ ਕਰਨਾ। ਕਬੀਰ ਜੀ ਮਹਾਰਾਜ ਜੀ ਨੇ ਸਪਸ਼ਟ ਕੀਤਾ ਹੈ,